ਅੱਜ ਆਪਾਂ ਕਰਨਾ ਮੋਟੀਵੇਸ਼ਨ ਜਿਹੜੀਆਂ ਲਾਸਟ ਦੋ ਥਿਊਰੀਆਂ ਰਹਿੰਦੀਆਂ ਨੇ ਉਹ ਸਭ ਤੋਂ ਪਹਿਲਾਂ ਹੈ ਪੋਟਰ ਐਂਡ ਲॉलर ਮੋਡਲ ਆਫ ਮੋਟੀਵੇਸ਼ਨ। ਜਿਹੜੀ ਆਪਾਂ ਬਰੂਮ ਐਕਸਪੈਕਟੈਂਸੀ ਥਿਊਰੀ ਕੀਤੀ ਆ ਉਹਦਾ ਹੀ ਐਕਸਟੈਂਸ਼ਨ ਫੋਰਮ ਆ। ਉਹ 'ਚ ਆਪਾਂ ਇੱਕ ਦੋ ਵੇਰੀਏਬਲ ਰਹਿੰਦੇ ਸੀ ਕਿ ਐਫਰਟ ਕੀ ਆ, ਰਿਵਾਰਡ ਕੀ ਆ ਅਤੇ ਐਕਸਪੈਕਟੈਂਸੀ ਕੀ ਆ। ਇਹ 'ਚ ਮਲਟੀ ਵੇਰੀਏਬਲਸ ਨੇ। ਇਹ ਤਾਂ ਕਹਿਣ ਦਾ ਮਤਲਬ ਕੀ ਆ ਕਿ ਜਿਹੜਾ ਜੋਬ ਆ ਉਹ 'ਚ ਜਿਹੜੀ ਇੰਪਲੋਏ ਦੀ ਪਰਫੋਰਮੈਂਸ ਆ ਉਹ ਬਹੁਤ ਸਾਰੇ ਫੈਕਟਰਸ 'ਤੇ ਡਿਪੈਂਡ ਕਰਦੀ ਹੈ। ਠੀਕ ਆ, ਇਹ ਮਲਟੀ ਵੇਰੀਏਬਲ ਆ। ਬਿਹੇਵੀਅਰ ਡਿਟਰਮਾਈਨ ਕੀਤਾ ਜਾਂਦਾ ਕਿਹੜੇ ਫੈਕਟਰ ਆਫ ਪ੍ਰੋਡਕਸ਼ਨ ਇੰਡੀਵਿਜੂਅਲ 'ਚ ਨੇ ਅਤੇ ਕਿਹੜੇ ਇਨਵਾਇਰਮੈਂਟ ਜਾਣੀ ਕਿ ਇੰਡੀਵਿਜੂਅਲ ਦੀ ਐਬਿਲਿਟੀ, ਟਰੇਡ, ਪਰਸਨੈਲਿਟੀ ਵਗੈਰਾ, ਜਾਂ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਵਰਕਿੰਗ ਕੰਡੀਸ਼ਨ ਹੋ ਗਿਆ, ਉਹਨੂੰ ਇਨਕਰੇਜ ਕਰਨ ਲਈ ਕੀ ਪਰਕਸ ਐਂਡ ਰੈਵਨਿਊ ਵਗੈਰਾ ਦਿੱਤੇ ਜਾਂਦੇ ਨੇ, ਉਹ ਸਾਰਾ ਡਿਸਾਈਡ ਕਰਦਾ ਕਿ ਪਰਸਨ ਮੋਟੀਵੇਟ ਹੋਇਆ ਜਾਂ ਨਹੀਂ ਹੋਇਆ। ਦੂਜਾ ਉਹ ਅਸਿਊਮ ਕਰਦਾ ਕਿ ਇੰਡੀਵਿਜੂਅਲ ਬੀਇੰਗ ਰੈਸ਼ਨਲ ਨੇ, ਉਹ ਹਮੇਸ਼ਾ ਡਿਸੀਜਨ ਲੈਂਦੇ ਜਿਹੜਾ ਉਹਦੇ ਲਈ ਬੈਨੀਫੀਸ਼ੀਅਲ ਹੋਵੇ ਅਤੇ ਆਰਗੇਨਾਈਜੇਸ਼ਨ ਲਈ ਵੀ ਬੈਨੀਫੀਸ਼ੀਅਲ ਹੋਵੇ। ਇੰਡੀਵਿਜੂਅਲਸ ਦੀ ਡਿਫਰੈਂਟ ਨੀਡ ਹੁੰਦੀਆਂ ਨੇ, ਡਿਜ਼ਾਇਰ ਹੁੰਦੇ ਆ, ਗੋਲਸ ਹੁੰਦੀਆਂ। ਹਰੇਕ ਇੰਡੀਵਿਜੂਅਲ ਦੀ ਨੀਡਸ ਅਤੇ ਗੋਲ ਸੇਮ ਨਹੀਂ ਹੁੰਦੇ। ਠੀਕ ਆ, ਔਨ ਦਾ ਬੇਸ ਆਫ ਦੇਅਰ ਐਕਸਪੈਕਟੇਸ਼ਨ ਇੰਡੀਵਿਜੂਅਲ ਡਿਸਾਈਡ ਕਰਦਾ ਕਿ ਉਹਨੇ ਕਿਸ ਤਰ੍ਹਾਂ ਦਾ ਬਿਹੇਵ ਕਰਨਾ ਆ ਅਤੇ ਉਹਦੇ ਬਿਹੇਵੀਅਰ ਦੇ ਦੁਆਰਾ ਕੀ ਉਹਨੂੰ ਆਊਟਕਮ ਮਿਲੂਗਾ। ਠੀਕ ਆ, ਸੋ ਇਹ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ। ਐਫਰਟ ਦਾ ਮਤਲਬ ਕਿ ਐਨਰਜੀ ਜਿਹੜੀ ਐਕਸਪੈਕਟ ਕੀਤੀ ਜਾਂਦੀ ਹੈ ਪਰਸਨ ਦੇ ਦੁਆਰਾ, ਜਿਹੜੀ ਉਹ ਜੋਬ 'ਤੇ ਲਾਊਗਾ ਅਤੇ ਉਹਦੇ ਬਦਲੇ ਉਹਨੂੰ ਕੀ ਰਿਵਾਰਡ ਮਿਲੂਗਾ, ਕਿ ਉਹ ਰਿਵਾਰਡ ਉਹਦੇ ਲਈ ਅਟਰੈਕਟਿਵ ਹੈ ਜਾਂ ਨਹੀਂ। ਜਿਵੇਂ ਉਹਨੇ ਇੱਕ ਐਗਜ਼ਾਮਪਲ ਲਈ ਆ ਕਿ ਜਿਹੜਾ ਪਰਸਨ ਆ ਉਹ ਚਾਹੁੰਦਾ ਕਿ ਉਹਨੂੰ ਵੱਧ ਪੈਸਾ ਮਿਲੇ, ਬਟ ਅਗਰ ਉਹਨੂੰ ਕੰਪਨੀ ਐਕਸਟਰਾ ਵਕੇਸ਼ਨ ਦਊਗੀ ਤਾਂ ਉਹਨੂੰ ਅਟਰੈਕਟ ਨਹੀਂ ਕਰ ਪਾਊਗੀ। ਇਸੇ ਤਰ੍ਹਾਂ ਇਹ ਮੋਡਲ ਦੇ ਵਿੱਚ ਵੀ ਉਹਨੇ ਲਿਖਿਆ ਹੋਇਆ ਆ ਕਿ ਵੈਲਿਊ ਆਫ ਰਿਵਾਰਡ ਜਿਹੜੀ ਐਫਰਟ ਆ ਉਹ ਡਿਪੈਂਡ ਕਰਦੇ ਵੈਲਿਊ ਆਫ ਰਿਵਾਰਡ 'ਤੇ। ਠੀਕ ਆ, ਅਤੇ ਜਿਹੜੀ ਐਫਰਟ ਆ ਉਹ ਕਿਤੇ ਡਿਪੈਂਡ ਕਰਦੇ ਹੋਰ ਵੀ ਉਸ ਪਰਸਨ ਦੀ ਐਬਿਲਿਟੀ ਕਿੰਨੀ, ਜਿੰਨੀ ਯੋਗਤਾ ਹੋਊਗੀ ਉਨੀ ਐਫਰਟ ਲਾਊਗਾ। ਉਹ ਤੋਂ ਕੀ ਰੋਲ ਅਜ਼ਿਊਮ ਕੀਤਾ ਜਾਂਦਾ ਆ। ਪਰਸੀਵਡ ਮਤਲਬ ਅਸੀਂ ਕੀ ਅਜ਼ਿਊਮ ਕੀਤਾ, ਉਹ ਕਿੰਨੇ ਐਫਰਟ ਲਾਊਗਾ ਅਤੇ ਕੀ ਉਹਨੂੰ ਰਿਵਾਰਡ ਦੇਣਾ। ਪ੍ਰੋਬੇਬਿਲਿਟੀ ਮਤਲਬ ਸੰਭਾਵਨਾ ਕੀ ਹੈ ਕਿ ਕਿੰਨੇ ਉਹਨੂੰ ਐਫਰਟ ਲਗਾਏ ਜਾਣਗੇ, ਕੀ ਉਹਨੂੰ ਰਿਵਾਰਡ ਮਿਲੂਗਾ। ਫਿਰ ਉਹਦੀ ਪਰਫੋਰਮੈਂਸ ਅਚੀਵ ਹੋਊਗੀ ਕਿ ਨਹੀਂ ਹੋਊਗੀ। ਉਹਦੀ ਪਰਫੋਰਮੈਂਸ ਦੇ ਮੁਤਾਬਿਕ ਉਹਨੂੰ ਇੰਟਰਿੰਸਿਕ ਅਤੇ ਐਕਸਟ੍ਰਿੰਸਿਕ ਰਿਵਾਰਡ। ਇੰਟਰਿੰਸਿਕ ਮਤਲਬ ਜਿਹੜਾ ਇੰਡੀਵਿਜੂਅਲ ਨੂੰ ਆਪਣੇ ਆਪ ਨੂੰ ਫੀਲ ਹੋਊਗਾ ਕਿ ਮੈਂ ਸੈਟਿਸਫਾਈਡ ਆ, ਅਨਸੈਟਿਸਫਾਈਡ ਜਾਂ ਫੀਲਿੰਗ ਕਿ ਮੈਂ ਵਧੀਆ ਜੋਬ ਕੀਤੀ ਆ, ਉਹ ਸਾਰੀਆਂ ਫੀਲਿੰਗਸ ਹੋਣਗੀਆਂ। ਐਕਸਟ੍ਰਿੰਸਿਕ ਜਿਹੜਾ ਆਰਗੇਨਾਈਜੇਸ਼ਨ ਦਿੰਦੀ ਹੈ, ਜਿਵੇਂ ਕਿ ਰਿਵਾਰਡ ਦਿੱਤਾ, ਕੈਸ਼ ਬੋਨਸ ਦਿੱਤਾ, ਵਕੇਸ਼ਨਸ ਦਿੱਤੀਆਂ, ਉਹ ਸਾਰੀਆਂ ਚੀਜ਼ਾਂ। ਉਸ ਤੋਂ ਬਾਅਦ ਪਰਸੀਵਡ ਇਕੁਇਟੇਬਲ ਰਿਵਾਰਡ। ਇਕੁਇਟੇਬਲ ਮਤਲਬ ਅਸੀਂ ਇਹ ਚੀਜ਼ ਅਜ਼ਿਊਮ ਕਰਦੇ ਹਾਂ ਕਿ ਹਰੇਕ ਬੰਦੇ ਨੂੰ ਰਿਵਾਰਡ ਆ ਉਹ ਇਕੁਅਲ ਮਿਲਣਗੇ ਅਤੇ ਉਹਦੇ ਨਾਲ ਪਰਸਨ ਕੀ ਹੋਊਗਾ, ਸੈਟਿਸਫਾਈਡ। ਉਸ ਤੋਂ ਬਾਅਦ ਡਿਟੇਲ 'ਚ ਆਹੀ ਚੀਜ਼ ਆ ਪਰਸੀਵਡ ਐਫਰਟ ਰਿਵਾਰਡ ਪ੍ਰੋਬੇਬਿਲਿਟੀ, ਮਤਲਬ ਅਸੀਂ ਕੀ ਪਰਸੀਵ ਕਰ ਰਹੇ ਹਾਂ ਕਿ ਕਿੰਨੇ ਉਹ ਐਫਰਟ ਲਾਊਗਾ ਅਤੇ ਉਹਦੇ ਬਦਲੇ ਉਹਨੂੰ ਕੀ ਰਿਵਾਰਡ ਮਿਲੂਗਾ, ਉਹਦੀ ਕੀ ਸੰਭਾਵਨਾ ਹੈ। ਠੀਕ ਆ, ਇਨ ਐਡੀਸ਼ਨ ਬਿਫੋਰ ਪੀਪਲ, ਇਸ ਤੋਂ ਪਹਿਲਾਂ ਕਿ ਜਿਹੜੇ ਲੋਕ ਐਫਰਟ ਲਗਾਉਣ, ਠੀਕ ਆ, ਉਹ ਅਸੈਸ ਕਰਦੇ ਆ ਪ੍ਰੋਬੇਬਿਲਿਟੀ ਕੀ ਆ ਸਰਟਨ ਲੈਵਲ 'ਤੇ, ਅਤੇ ਡਿਟਰਮਾਈਨ ਕਰਦੇ ਆ ਉਹਦੀ ਪਰਫੋਰਮੈਂਸ ਅਤੇ ਪੋਸੀਬਿਲਿਟੀ ਕੀ ਹੋਊਗੀ ਕਿ ਉਹਨੂੰ ਕੀ ਰਿਵਾਰਡ ਮਿਲੂਗਾ। ਠੀਕ ਆ, ਪਰਫੋਰਮੈਂਸ ਦਾ ਮਤਲਬ ਕੀ ਹੁੰਦਾ, ਐਫਰਟ ਲੀਡ ਟੂ ਪਰਫੋਰਮੈਂਸ, ਮਤਲਬ ਉਹਦੇ ਐਫਰਟ ਦੇ ਨਾਲ ਉਹਦੀ ਪਰਫੋਰਮੈਂਸ ਕੀ ਹੋਊਗੀ, ਕਿ ਉਹਦੀ ਪਰਫੋਰਮੈਂਸ ਇਨਕਰੀਜ਼ ਕਰੂਗੀ ਕਿ ਨਹੀਂ। ਔਰ ਐਫਰਟ ਇਕੱਲੇ ਉਹਦੇ ਐਫਰਟ 'ਤੇ ਨਹੀਂ ਡਿਪੈਂਡ ਕਰਦਾ, ਉਹਦੀ ਯੋਗਤਾ, ਟਰੇਟਸ 'ਤੇ ਵੀ ਡਿਪੈਂਡ ਕਰਦਾ ਹੈ ਕਿ ਉਹਨੂੰ ਕੰਮ ਦੀ ਨੌਲੇਜ ਹੈ ਜਾਂ ਨਹੀਂ, ਜਾਂ ਉਹਨੂੰ ਟ੍ਰੇਨਿੰਗ ਦੇਣ ਦੀ ਲੋੜ, ਉਹ ਸਾਰੀਆਂ ਚੀਜ਼ਾਂ। ਰਿਵਾਰਡ ਦਾ ਮਤਲਬ ਉਹੀ ਹੈ ਐਕਸਟ੍ਰਿੰਸਿਕ ਅਤੇ ਇੰਟਰਿੰਸਿਕ। ਠੀਕ ਆ, ਸੋ ਮੈਂ ਹੁਣ ਦੁਬਾਰਾ ਨਹੀਂ ਦੱਸ ਰਿਹਾ। ਸੈਟਿਸਫੈਕਸ਼ਨ, ਜਿੰਨੀ ਜ਼ਿਆਦਾ ਉਹਨੂੰ ਸੈਟਿਸਫੈਕਸ਼ਨ ਹੋਊਗੀ ਇੰਟਰਿੰਸਿਕ ਅਤੇ ਐਕਸਟ੍ਰਿੰਸਿਕ ਰਿਵਾਰਡ ਤੋਂ, ਉਨੇ ਹੀ ਜ਼ਿਆਦਾ ਉਹ ਆਪਣੇ ਐਫਰਟ ਲਗਾਊਗਾ ਅਤੇ ਉਨੀ ਹੀ ਜ਼ਿਆਦਾ ਫਿਊਚਰ 'ਚ ਉਹ ਸੈਟਿਸਫਾਈ ਵੀ ਫੀਲ ਕਰੂਗਾ। ਅਗਰ ਰਿਵਾਰਡ ਇਕੁਇਟੇਬਲ ਨਹੀਂ ਹੈਗੇ, ਮਤਲਬ ਕਿਸੇ ਨੂੰ ਵੱਧ ਜਾਂ ਘੱਟ ਮਿਲ ਰਹੇ ਆ, ਤਾਂ ਉਹ ਕਦੇ ਵੀ ਸੈਟਿਸਫਾਈ ਨਹੀਂ ਹੋ ਸਕਦਾ। ਸੋ ਇਹਦੀ ਇੰਪੋਰਟੈਂਸ ਆ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਉਹ ਚੀਜ਼ ਜ਼ੈਡ ਥਿਊਰੀ। ਜ਼ੈਡ ਜਿਹੜੀ ਥਿਊਰੀ ਆ ਉਹ ਡਿਪੈਂਡ ਕਰਦੀ ਐਕਸ ਅਤੇ ਵਾਈ ਥਿਊਰੀ ਦੇ ਉੱਪਰ। ਐਕਸ ਅਤੇ ਵਾਈ ਥਿਊਰੀ ਜਿਵੇਂ ਆਪਾਂ ਬਿਹੇਵੀਅਰ ਐਨਾਲਿਸਿਸ ਕੀਤਾ ਸੀ ਉਵੇਂ ਹੀ ਜ਼ੈਡ ਥਿਊਰੀ 'ਚ ਐਨਾਲਿਸਿਸ ਕਰਨਾ। ਬਟ ਜ਼ੈਡ ਥਿਊਰੀ 'ਚ ਉਹ ਕਹਿੰਦਾ ਕਿ ਜਿਹੜਾ ਪਰਸਨ ਆ, ਤੁਸੀਂ ਜਿਹੜਾ ਹਿਊਮਨ ਬਿਹੇਵੀਅਰ ਆ ਉਹ ਡਿਪੈਂਡ, ਤੁਸੀਂ ਫਾਰਮਲ ਨਾ ਚੱਲੋ, ਇਨਫੋਰਮਲ ਚੱਲੋ। ਜ਼ੈਡ ਥਿਊਰੀ ਕਿਸੇ ਵੀ ਚੀਜ਼ ਲਈ ਸਟੈਂਡ ਨਹੀਂ ਕਰਦੀ, ਮਤਲਬ ਉਹ ਕਹਿੰਦਾ ਕਿ ਮੈਕਸਿਮਮ ਡਿਸੀਜਨ ਮੇਕਿੰਗ 'ਚ ਇਨਵੋਲਵ ਕਰੋ, ਉਹਨਾਂ ਨੂੰ ਟਰਸਟ ਡਿਵੈਲਪ ਕਰੋ, ਫਾਰਮਲ ਰਿਲੇਸ਼ਨ ਨਾ ਰੱਖੋ, ਇੰਪਲੋਏ ਨੂੰ ਇਨਵੋਲਵ ਕਰੋ। ਉਹ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਡਿਟੇਲ 'ਚ ਪੜ੍ਹ ਲੈਂਦੇ ਹਾਂ। ਫੀਚਰ ਕੀ ਹੈ, ਐਸਟੈਬਲਿਸ਼ਮੈਂਟ ਆਫ ਟਰਸਟ। ਤੁਸੀਂ ਆਰਗੇਨਾਈਜੇਸ਼ਨ ਦੇ ਵਿੱਚ ਇੰਪਲੋਈਜ਼ ਦੇ ਵਿੱਚ ਟਰਸਟ ਡਿਵੈਲਪ ਕਰਨਾ ਹੈ, ਇੰਟੀਗ੍ਰਿਟੀ ਡਿਵੈਲਪ ਕਰਨੀ ਹੈ, ਓਨੈਸਟੀ ਡਿਵੈਲਪ ਕਰਨੀ ਹੈ, ਓਪਨਨੈਸ। ਇਸ ਐਟਮੋਸਫੇਅਰ ਦੇ ਵਿੱਚ ਜਿਹੜੇ ਚਾਂਸਿਸ ਆਫ ਕਨਫਲਿਕਟ ਆ ਉਹ ਰਿਡਿਊਸ ਹੋ ਜਾਂਦੇ ਨੇ। ਅਗਰ ਚਾਂਸਿਸ ਆਫ ਕਨਫਲਿਕਟ ਆ ਜਿਹੜੇ ਉਹ ਰਿਡਿਊਸ ਹੋਣਗੇ ਤਾਂ ਟਰਸਟ ਬਣੂਗਾ, ਅਤੇ ਜਿਹਦੇ ਨਾਲ ਜਿਹੜੇ ਲੋਕ ਆ ਜਾਂ ਇੰਪਲੋਈਜ਼ ਨੇ ਬੈਟਰ ਰਿਲੇਸ਼ਨਸ਼ਿਪ ਬਣੂਗਾ ਸੁਪਰਵਾਈਜ਼ਰ ਅਤੇ ਵਰਕਰ ਦਾ। ਉਹਦੇ ਨਾਲ ਕੀ ਹੋਊਗਾ, ਜਿਹੜੀ ਪਰਫੋਰਮੈਂਸ ਆ ਉਹ ਇਨਕਰੀਜ਼ ਹੋਊਗੀ। ਉਸ ਤੋਂ ਬਾਅਦ ਸਟਰੋਂਗ ਰਿਲੇਸ਼ਨ ਬਿਟਵੀਨ ਦਾ ਆਰਗੇਨਾਈਜੇਸ਼ਨ ਅਤੇ ਇੰਪਲੋਈ। ਅਗਰ ਟਰਸਟ ਆ ਤਾਂ ਜਿਹੜਾ ਥਿਊਰੀ ਜ਼ੈਡ ਕੀ ਕਹਿੰਦੀ ਹੈ ਕਿ ਤੁਸੀਂ ਅਗਰ ਇੰਪਲੋਈ ਅਤੇ ਆਰਗੇਨਾਈਜੇਸ਼ਨ ਦੇ ਵਿਚਕਾਰ ਵਧੀਆ ਰਿਲੇਸ਼ਨ ਬਣਾਓਗੇ ਤਾਂ ਜਿਹੜੀ ਆਪਣੀ ਇੰਪਲੋਇਮੈਂਟ ਆ ਉਹ ਵੀ ਇਨਕਰੀਜ਼ ਹੋਊਗੀ, ਸੈਟਿਸਫੈਕਸ਼ਨ ਵੀ ਇਨਕਰੀਜ਼ ਹੋਊਗੀ, ਜਿਹੜੀ ਲੇਬਰ ਟਰਨਓਵਰ ਆ ਉਹ ਵੀ ਘੱਟ ਜਾਊਗੀ, ਓਨਰ ਅਤੇ
ਸ਼ੇਅਰ ਹੋਲਡਰ ਨੂੰ ਲੋਸ ਨਹੀਂ ਬੇਅਰ ਕਰਨਾ ਪਊਗਾ। ਇਹ ਸਾਰੀਆਂ ਚੀਜ਼ਾਂ ਨੇ, ਠੀਕ ਹੈ। ਇਨਵੋਲਵਮੈਂਟ ਆਫ ਇੰਪਲੋਈ ਮਤਲਬ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇੰਪਲੋਈਜ਼ ਹਰੇਕ ਡਿਸੀਜਨ 'ਚ ਪਾਰਟਿਸਿਪੇਟ ਕਰਨਗੇ, ਪਰ ਜਿੱਥੇ ਵੀ ਮਤਲਬ ਲੋੜ ਆ ਅਸੀਂ ਇੰਪਲੋਈਜ਼ ਨੂੰ ਕੰਸਲਟ ਕਰਕੇ ਕੋਈ ਫੈਸਲਾ ਲੈਣਾ, ਖਾਸ ਕਰ ਜਿਹੜੀ ਚੀਜ਼ ਇੰਪਲੋਈਜ਼ ਨੇ ਕਰਨੀ ਹੈ, ਠੀਕ ਹੈ। ਸਟਰਕਚਰਲੈਸ ਆਰਗੇਨਾਈਜੇਸ਼ਨ ਦਾ ਮਤਲਬ ਉਹੀ ਆ ਕਿ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਨਫੋਰਮਲ ਆਰਗੇਨਾਈਜੇਸ਼ਨ ਡਿਵੈਲਪ ਕੀਤੀ ਜਾਵੇ ਤਾਂ ਜੋ ਬੈਟਰ ਰਿਲੇਸ਼ਨ ਹੋਵੇ। ਟਾਸਕ ਦੀ ਸਪੈਸ਼ਲਾਈਜੇਸ਼ਨ ਮਤਲਬ ਜਿਹੜਾ ਬੰਦਾ ਉਸ ਚੀਜ਼ ਨੂੰ ਬੈਟਰ ਪਰਫੋਰਮ ਕਰ ਸਕਦਾ ਉਹਨੂੰ ਦੇਣਾ, ਅਤੇ ਟੀਮ ਵਰਕ ਨੂੰ ਡਿਵੈਲਪ ਕਰਨਾ, ਅੰਡਰਸਟੈਂਡਿੰਗ ਡਿਵੈਲਪ ਕਰਨੀ, ਇੱਕ ਸਿਸਟਮੈਟਿਕ ਥਿੰਕਿੰਗ ਡਿਵੈਲਪ ਕਰਨੀ ਹੈ ਤਾਂ ਜੋ ਲੋਕ ਆਪਣੇ ਜਿਹੜੀ ਵਿਊ ਪੁਆਇੰਟ ਨੇ ਉਹ ਤੁਹਾਨੂੰ ਦੱਸ ਸਕਣ ਅਤੇ ਤੁਸੀਂ ਉਹਦੇ ਮੁਤਾਬਿਕ ਫੈਸਲਾ ਲੈ ਸਕੋ। ਹੋਲਿਸਟਿਕ ਕੰਸਰਨ ਦਾ ਮਤਲਬ ਵੀ ਉਹੀ ਆ ਕਿ ਤੁਸੀਂ ਹੋਲਿਸਟਿਕ ਦਾ ਮਤਲਬ ਹੁੰਦਾ ਆ ਇੱਕ ਜਾਂ ਇੱਕ ਤੋਂ ਜ਼ਿਆਦਾ ਡਿਸਿਪਲਿਨ ਤੁਸੀਂ ਓਬਟੇਨ ਕਰਨੀ ਹੈ ਕਮਿਟਮੈਂਟ ਦੀ ਇੰਪਲੋਈਜ਼ ਤੋਂ, ਲੀਡਰਸ ਤੋਂ, ਕਿ ਉਹ ਹਮੇਸ਼ਾ ਆਪਣੀ ਟਾਈਮ ਅਤੇ ਐਨਰਜੀ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਨਗੇ, ਲਗਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਇੰਪਲੋਈ ਦੀ ਸਕਿੱਲ ਬੈਟਰ ਪਰਫੋਰਮ ਹੋ ਸਕਣ, ਅਤੇ ਜਿਹੜੀਆਂ ਇੰਪਲੋਈਜ਼ ਦੇ ਵਿੱਚ ਕਮਿਊਨੀਕੇਸ਼ਨ ਦੇ ਬੈਰੀਅਰਸ ਨੇ ਉਹ ਖਤਮ ਕਰ ਸਕੀਏ ਅਤੇ ਇੰਪਲੋਈਜ਼ ਵਿਲਿੰਗਲੀ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਨ, ਠੀਕ ਹੈ। ਹੁਣ ਉਹਨੇ ਕੀ ਕਿਹਾ ਵਾ Z3 ਨੇ ਕ੍ਰਿਟਿਸਿਜ਼ਮ ਕਿ ਇੰਪਲੋਈਜ਼ ਨੂੰ ਆਪਾਂ ਡਿਸੀਜਨ ਮੇਕਿੰਗ 'ਚ ਪਾਰਟਿਸਿਪੇਟ ਕਰਾਈਏ, ਪ੍ਰੈਕਟੀਕਲੀ ਪੋਸੀਬਲ ਨਹੀਂ। ਜਿਹੜੀਆਂ ਫੀਲਿੰਗਸ ਨੇ ਆਪਾਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਪੋਸੀਬਲ ਨਹੀਂ, ਕਿਉਂਕਿ ਹਰੇਕ ਬੰਦਾ ਡਿਫਰੈਂਟ ਕਾਸਟ ਰਿਲੀਜਨ ਨੂੰ ਬਿਲੋਂਗ ਕਰਦਾ ਹੈ, ਫੂਡ ਹੈਬਿਟ ਡਿਫਰੈਂਟ ਹੁੰਦੀਆਂ ਨੇ। ਇਨਫੋਰਮਲ ਆਰਗੇਨਾਈਜੇਸ਼ਨ ਜਿਹਦੇ 'ਤੇ ਉਹਨੇ ਮੇਨ ਜ਼ੋਰ ਦਿੱਤਾ ਹੈਗਾ ਟਰਸਟ ਡਿਵੈਲਪ ਵਗੈਰਾ ਕਰੋ, ਉਹ ਵੀ ਬਹੁਤ ਸਾਰੀਆਂ ਕੇਸਿਸ ਦੇ ਵਿੱਚ ਪੋਸੀਬਲ ਨਹੀਂ ਹੈਗਾ, ਠੀਕ ਆ। ਇਹ ਵੀ ਜ਼ਰੂਰੀ ਨਹੀਂ ਕਿ ਮੈਨੇਜਮੈਂਟ ਨੂੰ ਕਦੇ ਲੋਸ ਨਹੀਂ ਬੇਅਰ ਕਰਨਾ ਪਊਗਾ, ਇਹ ਵੀ ਉਹਨੂੰ ਲੋਸ ਬੇਅਰ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਆਪਣੇ ਇਨਸੈਂਟਿਵ ਨੇ ਜਿਹੜੇ ਫਿਨਾਂਸ਼ੀਅਲ ਅਤੇ ਨੋਨ ਫਿਨਾਂਸ਼ੀਅਲ ਨੇ। ਸੋ ਫਿਨਾਂਸ਼ੀਅਲ ਤੁਹਾਨੂੰ ਪਤਾ ਪੇ ਮਤਲਬ ਸੈਲਰੀ ਹੁੰਦੀ ਹੈ, ਅਲਾਊਂਸਿਸ ਵਗੈਰਾ ਜਿਹੜੇ ਆਪਾਂ ਦਿੰਦੇ ਹਾਂ, ਐਕਸਟਰਾ HRA ਅਲਾਊਂਸਿਸ ਦੇ ਤਾ ਜਾਂ ਕਾਰ ਅਲਾਊਂਸਿਸ ਦੇ ਤੇ, ਉਹ ਸਾਰੀਆਂ ਚੀਜ਼ਾਂ ਤਾਂ ਜੋ ਬੈਟਰ ਪਰਫੋਰਮ ਕਰਨ। ਬੋਨਸ ਦਾ ਵੀ ਤੁਹਾਨੂੰ ਪਤਾ ਕਿ ਉਹਦੀ ਪਰਫੋਰਮੈਂਸ ਦੇ ਮੁਤਾਬਿਕ ਉਹਨੂੰ ਪ੍ਰੋਫਿਟ ਦੇ ਵਿੱਚ ਪਾਰਟਿਸਿਪੇਟ ਕਰਾਉਣ ਦੇ ਲਈ ਅਗਰ ਤੁਸੀਂ ਕੁਛ ਪ੍ਰੋਡਕਸ਼ਨ ਦੇ ਟਾਰਗੇਟ ਅਚੀਵ ਕਰ ਤੁਹਾਨੂੰ ਐਕਸਟਰਾ ਪੇਮੈਂਟ ਦਿੱਤੀ ਜਾਂਦੀ ਹੈ। ਪ੍ਰੋਡਕਟੀਵਿਟੀ ਲਿੰਕਡ ਵੇਜਿਸ ਇਨਸੈਂਟਿਵ ਮਤਲਬ ਉਹ ਅਗਰ ਤੁਸੀਂ 100 ਯੂਨਿਟ ਪ੍ਰੋਡਿਊਸ ਕਰਤੇ ਤਾਂ ਤੁਹਾਨੂੰ 120 ਰੁਪਏ ਪਰ ਡੇ ਮਿਲੂਗਾ, ਅਗਰ 140 ਪ੍ਰੋਡਿਊਸ ਕਰਤੇ ਤਾਂ ਤੁਹਾਨੂੰ 130 ਰੁਪਏ ਮਿਲੂਗਾ, ਮਤਲਬ ਵੇਜਿਸ ਨੂੰ ਇਨਸੈਂਟ ਕਰਤਾ ਪ੍ਰੋਡਕਸ਼ਨ ਦੇ ਨਾਲ। ਪ੍ਰੋਫਿਟ ਸ਼ੇਅਰਿੰਗ ਦੇ ਵਿੱਚ ਵੀ ਹੁੰਦਾ ਵਾ ਕਿ ਅਗਰ ਅਸੀਂ ਪ੍ਰੋਫਿਟ ਕੰਪਨੀ ਨੂੰ ਹੋਊਗਾ ਤਾਂ ਉਹਦੇ ਵਿੱਚੋਂ 10% ਜਿਹੜਾ ਪ੍ਰੋਫਿਟ ਤੁਹਾਨੂੰ ਦਿੱਤਾ ਜਾਊਗਾ, ਇੱਦਾਂ ਦੀ ਕੋਈ ਪਾਲਿਸੀ ਬਣਾ ਦੇਣਾ। ਉਹ ਪਾਰਟਨਰਸ਼ਿਪ ਮਤਲਬ ਜਿਹੜੀ ਕੰਪਨੀ ਦੇ ਕੁਛ ਸ਼ੇਅਰ ਆ ਜਿਹੜੇ ਉਹ ਇੰਪਲੋਈਜ਼ ਨੂੰ ਇਸ਼ੂ ਕਰ ਦੇਣੇ ਤਾਂ ਜੋ ਆਪਣੇ ਆਪ ਨੂੰ ਪਾਰਟ ਸਮਝ ਸਕਣ ਕੰਪਨੀ ਦਾ। ਕਮਿਸ਼ਨ ਦੇਣਾ ਅਗਰ ਸੇਲ ਇਨਕਰੀਜ਼ ਹੁੰਦੇ ਵੀ ਅਗਰ ਇੰਨੀ ਸੇਲ ਤੁਸੀਂ ਕਰੋਗੇ ਤਾਂ ਤੁਹਾਨੂੰ ਜਿਹੜੀ ਇੰਨੇ % ਕਮਿਸ਼ਨ ਦਿੱਤਾ ਜਾਊਗਾ। ਰਿਟਾਇਰਮੈਂਟ ਬੈਨੀਫਿਟ ਵਗੈਰਾ ਹੋ ਗਏ, ਫਰਿੰਜ ਬੈਨੀਫਿਟ ਪਾਰਕਸ ਹੁੰਦੇ ਆ ਜਿਵੇਂ ਚਿਲਡਰਨ ਦੀ ਫ੍ਰੀ ਐਜੂਕੇਸ਼ਨ ਹੋ ਗਿਆ, ਮੈਡੀਕਲ ਫੈਸਿਲਿਟੀ ਵਗੈਰਾ ਹੋ ਗਈ ਉਹ, ਠੀਕ ਹੈ। ਸੋ ਮੈਂ ਦੱਸੇ ਨਹੀਂ ਕਿਉਂਕਿ ਮੋਸਟਲੀ ਇਹ ਸਭ ਚੀਜ਼ਾਂ ਤੁਹਾਨੂੰ ਪਤਾ ਨਹੀਂ। ਨੋਨ ਫਾਈਨੈਂਸ਼ੀਅਲ ਮੋਟੀਵੇਟਰ ਕਹਿੰਦੇ ਰੈਕੋਗਨੀਸ਼ਨ, ਅਗਰ ਤੁਸੀਂ ਸੁਪੀਰੀਅਰ ਆ ਸਬਆਰਡੀਨੇਟ ਦੀ ਪਰਫੋਰਮੈਂਸ ਨੂੰ ਰੈਕੋਗਨਾਈਜ਼ ਕਰਦੇ ਤਾਂ ਬੌਸ ਦੀ ਜਿਹੜੀ ਇਹ ਪ੍ਰੇਜ਼ ਸੁਣ ਕੇ ਜਿਹੜਾ ਇੰਪਲੋਈਜ਼ ਆ ਉਹ ਮੋਟੀਵੇਟਡ ਫੀਲ ਕਰਦੇ ਆ, ਜਾਂ ਫਿਰ ਉਹਨੂੰ ਲੈਟਰ ਆਫ ਐਪਰੀਸੀਏਸ਼ਨ ਦੇ ਦੇਣਾ। ਇਹ 'ਚ ਆਪਾਂ ਕੀ ਕਰ ਸਕਦੇ ਹਾਂ, ਉਹਨੂੰ ਪ੍ਰੇਜ਼ ਕਰ ਸਕਦੇ ਹਾਂ, ਜਾਂ ਪੈਟ ਔਨ ਬੈਕ ਦਾ ਮਤਲਬ ਹੁੰਦਾ ਜਿਵੇਂ ਕਹਿੰਦੇ ਪਿੱਠ 'ਤੇ ਥਾਪੀ ਦੇ ਦੇਣਾ, ਉਹ ਸਾਰੀਆਂ ਚੀਜ਼ਾਂ ਤਾਂ ਉਹ ਬੰਦੇ ਇੰਪਲੋਈ ਫੀਲ ਕਰਦੇ ਨੇ ਵੀ ਹਾਂ ਮੇਰੀ ਜਿਹੜੀ ਐਫਰਟਸ ਉਹਦੇ ਵੈਲਿਊ ਨੇ। ਪਾਰਟੀਸਪੇਸ਼ਨ ਉਹੀ ਹੁੰਦਾ ਕਿ ਜਦੋਂ ਵੀ ਕੋਈ ਫੈਸਲਾ ਲੈਣਾ ਆ ਤਾਂ ਉਹਨੂੰ ਪਾਰਟੀਸਪੇਟ ਕਰਾਉਣਾ, ਉਹਦੀ ਮੈਂਟਲ ਇਨਵੋਲਵਮੈਂਟ ਕਰਾਉਣੀ, ਕਿਉਂਕਿ ਜਿਹੜਾ ਡਿਸੀਜਨ ਬੰਦੇ ਨੇ ਖੁਦ ਲਿਆ ਹੁੰਦਾ ਨਾ ਉਹਦੇ ਲਈ ਹਮੇਸ਼ਾ ਮਤਲਬ ਹਾਰਡ ਵਰਕ ਕਰਦਾ ਆ ਵੀ ਇਹ ਚੀਜ਼ ਮੈਂ ਸੈੱਟ ਕੀਤੀ ਇਸ ਲਈ ਮੈਂ ਅਚੀਵ ਕਰਨੀ ਆ। ਸਟੇਟਸ ਹਰੇਕ ਬੰਦੇ ਨੂੰ ਇੱਕ ਸੋਸ਼ਲ ਸਟੇਟਸ ਦੀ ਲੋੜ ਹੁੰਦੀ ਆ, ਅਗਰ ਉਹਦੀ ਜਿਹੜੀ ਇਗੋਇਸਟਿਕ ਨੀਡ ਆ ਉਹ ਸੋਸ਼ਲ ਸਟੇਟਸ ਨਾਲ ਹੀ ਸੈਟਿਸਫਾਈ ਹੁੰਦੀ ਆ। ਸੋ ਕਈ ਵਾਰ ਜਿਹੜਾ ਇੰਪਲੋਇਰ ਆ ਉਹਨੂੰ ਇਸ ਸੋਸ਼ਲ ਸਟੇਟਸ ਉਹਨੂੰ ਦੇਣਾ ਪੈਂਦਾ ਆ, ਠੀਕ ਆ। ਉਹਦੇ ਲਈ ਉਹਨੂੰ ਕੀ ਚਾਹੀਦਾ ਹੈ ਕਿ ਬੈਟਰ ਵਰਕਿੰਗ ਕੰਡੀਸ਼ਨ ਵੀ ਦੇਵੇ, ਸੁਪੀਰੀਅਰ ਫਰਨੀਚਰ ਦੇਵੇ, ਕਾਰਪੇਟ ਹੋਵੇ ਫਲੋਰ 'ਤੇ, ਤਾਂ ਜੋ ਇੱਕ ਸਟੇਟਸ ਫੀਲ ਕਰੇ ਵੀ ਹਾਂ ਇੱਕ ਮੈਂ ਵਧੀਆ ਥਾਂ 'ਤੇ ਕੰਮ ਕਰ ਰਿਹਾ। ਜਿਵੇਂ ਕੋਈ ਵਧੀਆ ਮੈਨੇਜਰ ਵਗੈਰਾ ਹੋਵੇ ਤਾਂ ਉਹਨੂੰ PN ਵਗੈਰਾ ਅਟੈਚ ਕਰ ਦਿਓ, ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਕੰਪੀਟੀਸ਼ਨ ਵੀ ਇੱਕ ਮੋਟੀਵੇਟਰ ਦੀ ਤਰ੍ਹਾਂ ਐਕਟ ਕਰਦਾ ਹੈ। ਅਗਰ ਕੰਪੀਟੀਸ਼ਨ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰਦਾ। ਆਪਾਂ ਹਮੇਸ਼ਾ ਕਿਸੇ ਐਫਰਟ 'ਚ ਲੱਗੇ ਨੇ ਵੀ ਮੈਂ ਨੰਬਰ 1 ਬਣਨਾ ਹੈ, ਮੈਂ ਫਸਟ ਆਉਣਾ, ਮੈਂ ਸੈਕਿੰਡ ਆਉਣਾ, ਮੈਂ ਇੰਨੇ ਨੰਬਰ ਲੈਣੇ। ਅਗਰ ਕੰਪੀਟੀਸ਼ਨ ਨਹੀਂ ਹੋਊਗਾ ਤਾਂ ਉਹ ਚੀਜ਼ ਕਦੇ ਨਹੀਂ। ਜੋਬ ਇਨਰਿਚਮੈਂਟ ਦਾ ਮਤਲਬ ਹੁੰਦਾ ਕਿ ਉਹਦੀ ਜੋਬ ਦਾ ਏਰੀਆ ਇਨਰਾਜ ਕਰ ਦੇਣਾ ਅਤੇ ਉਹਨੂੰ ਪ੍ਰਮੋਟ ਕਰ ਦੇਣਾ। ਮਤਲਬ ਅਗਰ ਉਹ ਪਹਿਲਾਂ ਅਗਰ ਅਸਿਸਟੈਂਟ ਮੈਨੇਜਰ ਉਹਨੂੰ ਮੈਨੇਜਰ ਬਣਾ ਦਿਓ, ਉਹਦੀਆਂ ਡਿਊਟੀਜ਼ ਇਨਹੈਂਸ ਕਰ ਦਿਓ, ਉਹਦੀ ਜਿਹੜੀ ਵਰਕ ਦੀ ਕੁਆਲਿਟੀ ਸਟੈਂਡਰਡ ਹੈ ਇੰਪਰੂਵ ਕਰ ਦਿਓ, ਜਾਂ ਉਹਨੂੰ ਪਹਿਲਾਂ ਡਿਸੀਜਨ ਨਹੀਂ ਸੀ ਲੈ ਸਕਦਾ ਹੁਣ ਡਿਸੀਜਨ ਲੈਣ ਦੀ ਪਾਵਰ ਦੇ ਦੋਗੇ। ਕੈਰੀਅਰ ਐਡਵਾਂਸਮੈਂਟ ਮਤਲਬ ਉਹਨੂੰ ਮੌਕਾ ਦੇਣਾ ਕਿ ਆਪਣੇ ਕਰੀਅਰ ਨੂੰ ਡਿਵੈਲਪ ਕਰ ਸਕੇ, ਪ੍ਰਮੋਸ਼ਨ ਦੇ ਚਾਂਸ ਲੈ ਸਕੇ, ਉਹਦੇ ਲਈ ਉਹਨੂੰ ਟਾਈਮ ਟੂ ਟਾਈਮ ਟ੍ਰੇਨਿੰਗ ਵਗੈਰਾ ਦੇਣਾ, ਠੀਕ ਹੈ। ਇਹਦੇ ਨਾਲ ਹੀ ਆਪਣਾ ਜਿਹੜਾ ਚੈਪਟਰ ਹੈ ਇਹ ਹੋ ਗਿਆ ਪੂਰਾ। ਜਿਹੜਾ ਆਪਣਾ ਨੈਕਸਟ ਚੈਪਟਰ ਆ ਲੀਡਰਸ਼ਿਪ ਉਹ ਆਪਾਂ ਕਦੋਂ